ਤਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਤਰੀਏ ਗੁਰ ਵਿਚਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਧਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ। ਸਭ ਤੇ ਊਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ। ਅਗਮ ਅਗੋਚਰ ਸਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਬਹੁਤ ਵੱਡੇ ਭਾਗਾਂ ਵਾਲੇ ਹਾਂ ਜੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਹਾਜ਼ਰਾ ਹਜ਼ੂਰ ਜ਼ਾਹਰਾ ਜਹੂਰ, ਚਵਰ ਛਤਰ ਤਖਤ ਮਲ ਕਿਰਪਾ ਨਿਧਾਨ, ਗੁਰਗੱਦੀ ਤੇ ਵਿਰਾਜਮਾਨ ਧੰਨ ਧੰਨ ਸਾਹਿਬੇ ਕਮਾਲ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਸੱਜ ਕਰਕੇ, ਗੁਰਬਾਣੀ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰਦਿਆਂ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਾਂ। ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਜੋ ਪ੍ਰੋਗਰਾਮ ਉਲੀਕਿਆ ਗਿਆ ਹੈ, ਤਰੀਏ ਗੁਰ ਵਿਚਾਰ, ਜਿਸ ਦੇ ਮਾਧਿਅਮ ਰਾਹੀਂ ਗੁਰਬਾਣੀ ਤੇ ਗੁਰਬਾਣੀ ਦੀ ਵਿਚਾਰ ਮੀਡੀਏ ਦੇ ਰਾਹੀਂ ਘਰ ਘਰ ਪਹੁੰਚਾ ਕਰਕੇ ਸਾਨੂੰ ਗੁਰੂ ਦੇ ਨਾਲ, ਗੁਰੂ ਦੇ ਚਰਨਾਂ ਦੇ ਨਾਲ ਜੋੜਿਆ ਜਾ ਰਿਹਾ ਹੈ। ਆਓ ਗੁਰਮੁਖੋ, ਆਪਣੀਆਂ ਮਨ ਬਿਰਤੀਆਂ ਇਕਾਗਰਤ ਕਰਕੇ ਸਭ ਤੋਂ ਪਹਿਲਾਂ ਫਤਿਹ ਦੇ ਨਾਲ ਸਾਂਝ ਪਾ ਕਰਕੇ ਗੁਰੂ ਸਾਹਿਬ ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਆਪੋ ਆਪਣੀ ਹਾਜ਼ਰੀ ਗੁਰੂ ਦੇ ਚਰਨਾਂ ਦੇ ਵਿੱਚ ਲਗਵਾਈਏ ਜੀ। ਕੋਈ ਰਸਨਾ ਵਾਂਝੀ ਨਾ ਰਹਿ ਜਾਏ। ਦੋਵੇਂ ਹੱਥ ਜੋੜ
ਸੀਸ ਨੂੰ ਗੁਰੂ ਕੇ ਪਾਵਨ ਤੇ ਪਵਿੱਤਰ ਚਰਨਾਂ ਵਿੱਚ ਝੁਕਾ ਕਰਕੇ ਅਦਬ ਤੇ ਸਤਿਕਾਰ ਸਹਿਤ ਮਿਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 208 ਅੰਗ ਤੇ ਸੁਭਾਏਮਾਨ ਗੌੜੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਸ਼ਬਦ ਹੈ, ਜਿਸ ਦੀ ਅੱਜ ਆਪਾਂ ਨੇ ਵਿਚਾਰ ਕਰਕੇ ਗੁਰੂ ਸਾਹਿਬ ਜੀ ਦੇ ਦਰਸਾਏ ਹੋਏ ਗਾਡੀ ਰਸਤੇ ਦੇ ਉੱਤੇ ਚੱਲ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ। ਥੋੜੀ ਜੀ ਟੂਕ ਮਾਤਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਭ ਤੋਂ ਵੱਧ ਦਰਜ ਹੈ ਔਰ 12 ਤਰ੍ਹਾਂ ਦੀ ਗੌੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਰੂਪ ਦੇ ਵਿੱਚ ਅੰਕਿਤ ਹੈ। 12 ਤਰ੍ਹਾਂ ਦਾ ਗੌੜੀ ਰਾਗ ਹੈ। ਜਿਹੜੇ ਰਾਗੀ ਸਿੰਘ ਨੇ ਉਹਨਾਂ ਨੂੰ ਇਸ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਹੈ ਤੇ ਗੌੜੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜਿਸ ਸ਼ਬਦ ਦੇ ਰਾਹੀਂ ਸਾਨੂੰ ਪ੍ਰਮਾਤਮਾ ਦੇ ਨਾਲ ਜੋੜ ਰਹੇ ਨੇ, ਇਸ ਸ਼ਬਦ ਦੇ ਅੰਦਰ ਗੁਰੂ ਸਾਹਿਬ ਜੀ ਨੇ ਨਾਮ ਦੀ ਗੱਲ ਕੀਤੀ ਹੈ। ਭਾਵ ਕਿ ਨਾਮ ਜਪਣਾ ਆਪਣੇ ਵਾਸਤੇ ਕਿੰਨਾ ਜ਼ਰੂਰੀ ਹੈ, ਬਲਕਿ ਜਿੰਨੀ ਵੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਹੈ ਨਾ, ਇਹ ਸਾਰੀ ਗੁਰੂ ਕੀ ਬਾਣੀ ਨਾਮ ਦੀ ਹੀ ਚਰਚਾ ਕਰ ਰਹੀ ਹੈ। ਔਰ ਕਈ ਵਾਰ ਇਹ ਸਾਡੇ ਸਵਾਲ ਹੋਇਆ ਕਰਦੇ ਨੇ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸਾਡਾ ਧਿਆਨ, ਸਾਡਾ ਮਨ ਗੁਰੂ ਕੀ ਬਾਣੀ ਵਿੱਚ ਨਹੀਂ ਟਿਕਦਾ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਰਾਹੀਂ ਦਿੱਤਾ ਹੈ, ਜੋ ਸ਼ਬਦ 208 ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸੁਭਾਏਮਾਨ ਹੈ। ਗੁਰੂ ਸਾਹਿਬ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਚਨ ਕਰਦੇ ਨੇ, ਗੌੜੀ ਮਹੱਲਾ ਪੰਜਵਾ, ਅਨੂਪ ਪਦਾਰਥ ਨਾਮ ਸੁਨੋ, ਸਗਲ ਧਿਆਇਲੇ ਮੀਤਾ। ਅਨੂਪ ਤੋਂ ਭਾਵ ਹੈ ਬੇਮਿਸਾਲ, ਜਿਸ ਪਦਾਰਥ ਦੇ ਬਰਾਬਰ ਹੋਰ ਕੋਈ ਪਦਾਰਥ ਨਹੀਂ। ਅਨੂਪ ਤੋਂ ਭਾਵ ਹੈ ਅਨੂਠਾ ਤੇ ਮੀਤਾ ਤੋਂ ਭਾਵ ਹੈ ਮਿੱਤਰ। ਗੁਰੂ ਸਾਹਿਬ ਜੀ ਤੋਂ ਬਲਿਹਾਰ ਜਾਈਏ, ਗੁਰੂ ਦੇ ਨਾਲ ਚਾਹੇ ਅਸੀਂ ਕਿਸੇ ਤਰ੍ਹਾਂ ਦਾ ਵੀ ਰਿਸ਼ਤਾ ਪਾ ਰਹੀਏ, ਗੁਰੂ ਸਾਹਿਬ ਜੀ ਉਸ ਰਿਸ਼ਤੇ ਦੇ ਉੱਤੇ ਖਰੇ ਉਤਰਦੇ ਨੇ, ਪੂਰੇ ਉਤਰਦੇ ਨੇ। ਜੇ ਅਸੀਂ ਗੁਰੂ ਸਾਹਿਬ ਜੀ ਨੂੰ ਆਪਣੀ ਮਾਂ, ਆਪਣਾ ਮਾਤਾ ਦਾ ਦਰਜਾ ਦੇ ਦਈਏ, ਤਾਂ ਵੀ ਗੁਰਮੁਖੋ ਗੁਰੂ ਮਾਂ ਦੇ ਦਰਜੇ ਦੇ ਉੱਤੇ, ਰਿਸ਼ਤੇ ਦੇ ਉੱਤੇ ਖਰਾ ਉਤਰੇਗਾ। ਚਾਹੇ ਗੁਰੂ ਨੂੰ ਅਸੀਂ ਪਿਤਾ ਕਰਕੇ ਸਮਝ ਲਈਏ, ਤਾਂ ਵੀ ਗੁਰੂ ਸਾਹਿਬ ਜੀ ਸਾਡੀ ਰੱਖਿਆ ਕਰਦਾ ਹੈ। ਜੇਕਰ ਗੁਰੂ ਨੂੰ ਅਸੀਂ ਮਿੱਤਰ ਸਮਝ ਲਈਏ, ਤਾਂ ਵੀ ਗੁਰਮੁਖੋ ਗੁਰੂ ਸਾਹਿਬ ਜੀ ਦੇ ਨਾਲ ਸਾਡੀ ਸਾਂਝ ਪੈ ਜਾਏਗੀ। ਸਤਿਗੁਰੂ ਜੀ ਬਚਨ ਕਰਦੇ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਨੂੰ ਇੱਕ ਮਿੱਤਰ ਜਾਣ ਕੇ ਸਮਝਾਉਣਾ ਕਰ ਰਹੇ ਨੇ ਤੇ ਸੰਬੋਧਨ ਪਏ ਕਰਦੇ ਨੇ, ਹੇ ਮਿੱਤਰ, ਧਿਆਨ ਦੇ ਨਾਲ ਸੁਣੋ। ਅਨੂਪ ਪਦਾਰਥ ਨਾਮ ਸੁਣੋ, ਸਗਲ ਧਿਆਇਲੇ ਮੀਤਾ। ਪਰਮਾਤਮਾ ਦਾ ਨਾਮ ਬੜਾ ਅਨੂਠਾ ਪਦਾਰਥ ਹੈ।
ਜਿਸ ਪਦਾਰਥ ਦੇ ਬਰਾਬਰ ਹੋਰ ਕੋਈ ਪਦਾਰਥ ਨਹੀਂ। ਇਸ ਕਰਕੇ ਪਾਤਸ਼ਾਹ ਜੀ ਨੇ ਬਚਨ ਕੀਤਾ, ਸਗਲ ਧਿਆਇਲੇ ਮੀਤਾ, ਹੈ ਮੇਰੇ ਮਿੱਤਰ। ਇਸ ਕਰਕੇ ਜਿਸ ਨਾਮ ਦੇ ਬਰਾਬਰ ਹੋਰ ਕੋਈ ਪਦਾਰਥ ਨਹੀਂ, ਜਿਹੜਾ ਨਾਮ ਰੂਪੀ ਪਦਾਰਥ ਬੇਮਿਸਾਲ ਤੇ ਅਨੂਠਾ ਪਦਾਰਥ ਹੈ, ਉਸ ਪਰਮਾਤਮਾ ਦੇ ਨਾਮ ਨੂੰ ਸਾਰੇ ਮਿਲ ਕੇ ਜਪਣਾ ਕਰੋ। ਗੁਰਮੁਖੋ, ਸਤਿਗੁਰੂ ਜੀ ਬਚਨ ਕਰਦੇ ਨੇ, ਨਿਤ ਜਪੀਐ ਸਾਸ ਗਿਰਾਸ, ਨਾਉ ਪਰਵਦਗਾਰ ਦਾ। ਪਰਮਾਤਮਾ ਦਾ ਨਾਮ ਜਪਣਾ ਬਈ ਕਿਉਂ ਜ਼ਰੂਰੀ ਹੈ? ਗੁਰਮੁਖੋ, ਗੁਰੂ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਕੀਤਾ ਹੈ। ਆਪਾਂ ਰੋਜ਼ਾਨਾ ਰਹਿਰਾਸ ਸਾਹਿਬ ਜੀ ਦੀ ਬਾਣੀ ਦੇ ਅੰਦਰ ਸਰਵਣ ਕਰਦੇ ਹਾਂ। ਉਹ ਵੀ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਬਦ ਹੈ, ਜਿਸ ਦੇ ਅੰਦਰ ਮੇਰੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਤਰਸ ਪਿਆ ਮਿਹ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਬੜੇ ਪਿਆਰੇ ਬਚਨ ਨੇ। ਗੁਰੂ ਸਾਹਿਬ ਜੀ ਬਚਨ ਕਰਦੇ ਨੇ ਕਿ ਤਨ ਤੇ ਮਨ ਤਾਂ ਖੁਸ਼ਹਾਲ ਤੇ ਹਰਿਆ ਭਰਿਆ ਹੋਵੇਗਾ ਜੇ ਇਸ ਆਤਮਾ ਨੂੰ ਤੇ ਮਨ ਨੂੰ ਪ੍ਰਮਾਤਮਾ ਦੇ ਨਾਮ ਦੀ ਖੁਰਾਕ ਪਹੁੰਚ ਰਹੀ ਹੈ। ਯਾਦ ਰੱਖੋ, ਜਿਨ੍ਹਾਂ ਦੇ ਤਨ ਤੇ ਮਨ ਨੂੰ ਨਾਮ ਦੀ ਖੁਰਾਕ ਨਹੀਂ ਮਿਲਦੀ, ਸੱਚ ਗੱਲ ਇਹ ਹੈ ਕਿ ਉਹਨਾਂ ਦਾ ਤਨ ਤੇ ਮਨ ਇਵੇਂ ਕੁਮਲਾ ਜਾਂਦਾ ਹੈ ਜਿਵੇਂ ਮੇਘ ਬਿਨਾ ਜਿਉਂ ਖੇਤੀ ਜਾਏ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਬਚਨ ਕਰਦੇ ਨੇ, ਜਿਵੇਂ ਕਹਿਣ ਲੱਗੇ ਬਰਖਾ ਨਾ ਹੋਵੇ, ਬਰਖਾ ਨਾ ਪੈਣ ਕਰਕੇ ਬਨਸਪਤੀ ਤੇ ਫਸਲ ਕੁਮਲਾ ਜਾਂਦੀ ਹੈ, ਤਿਵੇਂ ਹੇ ਜੀਵ, ਜੇਕਰ ਪ੍ਰਮਾਤਮਾ ਦਾ ਨਾਮ ਅਸੀਂ ਨਹੀਂ ਜਪਦੇ ਤੇ ਇਹ ਤਨ ਤੇ ਮਨ ਇਵੇਂ ਕੁਮਲਾ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ, ਅਸੀਂ ਕਦੇ ਮਨ ਦੇ ਅੰਦਰ ਇਹਨੂੰ ਸਾਂਭੀਏ। ਸਤਿਗੁਰੂ ਜੀ ਬੜਾ ਪਿਆਰਾ ਬਚਨ ਕਰਦੇ ਨੇ, ਬਿਰਥਾ ਨਾਮ ਬਿਨਾ ਤੰਦ ਅੰਧ, ਮੁਖ ਆਵਤ ਤਾਕੈ ਦੁਰਗੰਧ। ਗੁਰਮੁਖੋ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ, ਸੱਚ ਗੱਲ ਇਹ ਹੈ ਕਿ ਉਹਨਾਂ ਦੇ ਮੁਖ ਦੇ ਵਿੱਚੋਂ ਚੁਗਲੀ ਤੇ ਨਿੰਦਿਆ ਦੀ ਬਦਬੂ ਆਉਂਦੀ ਹੈ। ਇਸ ਕਰਕੇ ਗੁਰਮੁਖੋ, ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਪਰਮਾਤਮਾ ਦਾ ਨਾਮ ਵਸਾਉਣਾ ਬੜਾ ਜ਼ਰੂਰੀ ਹੈ। ਹਾਲਾਂਕਿ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਬਾਣੀ ਪੜਨ ਤੋਂ ਪਹਿਲਾਂ ਅੰਮ੍ਰਿਤ ਵੇਲੇ ਨਾਮ ਜਪਣ ਦਾ ਹੀ ਹੁਕਮ ਕੀਤਾ ਹੈ। ਨਾਮ ਜਪਣ ਦੀ ਮਰਿਆਦਾ ਦੱਸੀ ਹੈ। ਉਦਮ ਕਲੇ ਭਲਕੇ ਪ੍ਰਭਾਤੀ। ਜੇ ਅਸੀਂ ਪ੍ਰਭਾਤ ਦਾ ਵੇਲਾ ਸਾਂਭਦੇ ਹਾਂ, ਅੰਮ੍ਰਿਤ ਵੇਲੇ ਉੱਠਦੇ ਹਾਂ, ਤੇ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਨਾਮ ਜਪਣਾ ਬੜਾ ਜ਼ਰੂਰੀ ਹੈ। ਤੁਸੀਂ ਅਧਿਆਤਮਿਕ ਜੀਵਨ ਦੇ ਅੰਦਰ ਅਪਣਾ ਕੇ ਵੇਖੋ, ਜੇਕਰ ਤੁਹਾਡੇ ਮਨ ਦਾ ਇਹ ਸਵਾਲ ਹੈ ਕਿ ਸਾਡਾ ਮਨ ਗੁਰੂ ਦੀ ਬਾਣੀ ਵਿੱਚ ਨਹੀਂ ਟਿਕਦਾ, ਸਾਡਾ ਮਨ ਸੇਵਾ ਕਰਦਿਆਂ ਦੌੜਦਾ ਭੱਜਦਾ ਭਟਕਣਾ ਦੇ ਵਿੱਚ ਰਹਿੰਦਾ ਹੈ, ਜੇ ਤੁਹਾਡਾ ਮਨ ਨਹੀਂ ਟਿਕਦਾ ਤੇ ਗੁਰਮੁਖੋ, ਆ ਗੁਰੂ ਕੀ ਮਰਿਆਦਾ ਆਪਣੇ ਨਾਲ ਲਾਗੂ ਕਰੋ। ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਉੱਠਦੇ ਸਾਰ ਬਾਣੀ ਪੜ੍ਹ ਤੋਂ ਪਹਿਲਾਂ 5-7 ਮਿੰਟ ਬੈਠ ਕੇ ਚੌਂਕੜਾ ਮਾਰ ਕੇ ਨਾ ਇਕਾਗਰਤਾ ਦੇ ਨਾਲ ਗੁਰੂ ਦੇ ਨਾਮ ਦਾ ਸਿਮਰਨ ਕਰਕੇ ਵੇਖੋ। ਵਾਹਿਗੁਰੂ ਵਾਹਿਗੁਰੂ ਪਿਆਰ ਦੇ ਨਾਲ ਤੁਸੀਂ ਇੱਕ ਵਾਰ ਆਵਾਜ਼ਾਂ ਮਾਰ ਕੇ ਵੇਖੋ। ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਨਾਮ ਜਪਦਿਆਂ ਤੁਹਾਡੇ ਮਨ ਦੀ ਮੈਲ ਉਤਰੇਗੀ। ਜਦੋਂ ਤੱਕ ਮਨ ਦੀ ਮੈਲ ਨਹੀਂ ਉਤਰਦੀ, ਮਨ ਦੀ ਮੈਲ ਨਹੀਂ ਕੱਟੀ ਜਾਂਦੀ, ਉਦੋਂ ਤੱਕ ਸਾਡੇ ਮਨ ਦਾ ਟਿਕਾਊ ਨਹੀਂ ਹੋ ਸਕਦਾ। ਜੇਕਰ ਮਨ ਦਾ ਟਿਕਾਊ ਆਪ ਜੀ ਨੇ ਬਣਾਉਣਾ ਹੈ ਤੇ ਬਾਣੀ ਤੋਂ ਪਹਿਲਾਂ ਸਾਨੂੰ ਨਾਮ ਜਪਣਾ ਪਵੇਗਾ। 5-7 ਮਿੰਟ ਬੈਠ ਕੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਆਪਾਂ ਜੁੜ ਕੇ ਵਾਹਿਗੁਰੂ ਦਾ ਸਿਮਰਨ ਕਰਕੇ ਵੇਖੋ। ਗੁਰੂ ਕਿਰਪਾ ਕਰੇਗਾ, ਬਾਣੀ ਪੜਨ ਵਿੱਚ ਵੀ ਤੁਹਾਨੂੰ ਬਰਕਤਾਂ ਪ੍ਰਾਪਤ ਹੋਣਗੀਆਂ। ਅੱਜ ਦੇ ਇਸ ਸ਼ਬਦ ਦੇ ਅੰਦਰ ਗੁਰੂ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਕੀਤਾ ਹੈ। ਨਾਮ ਦੀ ਵਿਚਾਰ ਹੈ
ਤੇ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਅੰਦਰ ਨਾਮ ਦਾ ਵਿਸ਼ਾ ਰੱਖਿਆ ਹੈ। ਅਨੂਪ ਪਦਾਰਥ ਨਾਮ ਸੁਣਹੁ ਸਗਲ ਧਿਆਇਲੇ ਮੀਤਾ। ਹੇ ਮੇਰੇ ਮਿੱਤਰ, ਧਿਆਨ ਦੇ ਨਾਲ ਸੁਣ, ਗੌਰ ਦੇ ਨਾਲ ਸੁਣ ਕਿ ਪ੍ਰਮਾਤਮਾ ਦਾ ਨਾਮ ਬਹੁਤ ਹੀ ਅਨੂਠਾ ਪਦਾਰਥ ਹੈ, ਬੇਮਿਸਾਲ ਪਦਾਰਥ ਹੈ। ਇਹੋ ਜਿਹਾ ਪਦਾਰਥ ਹੈ ਜਿਸ ਨਾਮ ਰੂਪੀ ਪਦਾਰਥ ਦੇ ਬਰਾਬਰ ਹੋਰ ਕੋਈ ਵੀ ਪਦਾਰਥ ਨਹੀਂ ਹੈ। ਇਸ ਕਰਕੇ ਮਿਲ ਕੇ ਉਸ ਪ੍ਰਮਾਤਮਾ ਦੇ ਅਨੂਠੇ ਨਾਮ ਦਾ ਜਪਣਾ ਕਰੋ, ਸਿਮਰਨ ਕਰੋ, ਉਸ ਨੂੰ ਨਾਮ ਜਪ ਕੇ ਪ੍ਰਮਾਤਮਾ ਨੂੰ ਯਾਦ ਕਰੋ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਵਚਨ ਯਾਦ ਆਇਆ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਣ ਤੁਧ। ਹਾਲਾਂਕਿ ਇਹ ਜਿੰਨੇ ਵੀ ਪਦਾਰਥ ਨੇ, ਇਹਨਾਂ ਦੇ ਵਿੱਚ ਮਿਠਾਸ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਪਰ ਆ ਜਿਸ ਦਿਨ ਦਾ ਤੇਰੇ ਨਾਮ ਰੂਪੀ ਅੰਮ੍ਰਿਤ ਦਾ ਰਸ ਚਖਿਆ, ਉਸ ਦਿਨ ਤੋਂ ਇਹ ਸਾਰੇ ਪਦਾਰਥ ਵੀ ਦੁਨਿਆਵੀ ਪਦਾਰਥ ਮੈਨੂੰ ਫਿੱਕੇ ਜਾਪਦੇ ਪਏ ਨੇ। ਇਹ ਗੱਲ ਸੱਚ ਹੈ। ਜਿਹੜਾ ਨਾਮ ਦਾ ਰਸ ਹੈ ਨਾ ਗੁਰਮੁਖੋ, ਇਹ ਬਾਕੀ ਪਦਾਰਥਾਂ ਤੋਂ ਸਭ ਤੋਂ ਸ੍ਰੇਸ਼ਟ ਤੇ ਉੱਤਮ ਰਸ ਹੈ। ਮੇਰੇ ਪਾਤਸ਼ਾਹ ਜੀ ਬਚਨ ਕਰਦੇ ਨੇ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸਕਾ ਸਬਸ ਆਧਾਰੋ, ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੂ। ਪਰਮਾਤਮਾ ਦਾ ਨਾਮ ਜਿਨ੍ਹਾਂ ਨੇ ਜਪਿਆ, ਯਾਦ ਰੱਖਣਾ, ਜਿਨ੍ਹਾਂ ਨੇ ਇਹ ਖੁਰਾਕ ਖਾਧੀ ਤੇ ਜਿਨ੍ਹਾਂ ਦੇ ਅੰਦਰ ਇਹ ਪਚ ਵੀ ਗਈ। ਪਚਣ ਤੋਂ ਭਾਵ ਇਹ ਹੈ ਕਿ ਕਈ ਵਾਰ ਸਾਡੇ ਅੰਦਰ ਜਪੇ ਨਾਮ ਦਾ ਹੰਕਾਰ ਆ ਜਾਂਦਾ ਹੈ। ਹੰਕਾਰ ਦਾ ਠੇਡਾ ਲੱਗਣ ਕਰਕੇ ਜਿਹੜਾ ਅੰਦਰ ਅੰਮ੍ਰਿਤ ਰਸ ਜਮਾ ਹੋਇਆ ਹੁੰਦਾ ਹੈ, ਉਹ ਗੁਰਮੁਖੋ ਡੁੱਲ ਜਾਂਦਾ ਹੈ। ਜਪੇ ਹੋਏ ਨਾਮ ਨੂੰ ਸਾਂਭਣ ਵਾਸਤੇ ਨਿਮਰਤਾ ਰੱਖਣੀ ਅਤ ਜ਼ਰੂਰੀ ਹੈ। ਇਸ ਕਰਕੇ ਗੁਰਮੁਖੋ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ ਕਿ ਜੇਕਰ ਆਪਣੀ ਜ਼ਿੰਦਗੀ ਤੇ ਜੀਵਨ ਨੂੰ ਸਫਲ ਬਣਾਉਣਾ ਹੈ ਨਾ, ਤੇ ਪ੍ਰਮਾਤਮਾ ਦਾ ਨਾਮ ਜਪਣਾ ਬੜਾ ਜ਼ਰੂਰੀ ਹੈ। ਇੱਕ ਸ਼ਬਦ ਭਗਤ ਸਹਿਬਾਨਾਂ ਦੀ ਬਾਣੀ ਦੇ ਵਿੱਚੋਂ ਆਂਦਾ ਹੈ, ਉਹ ਵੀ ਨਾਮ ਦੇ ਪ੍ਰਤੀ ਹੈ। ਗੁਰੂ ਸਾਹਿਬ ਜੀ ਨੇ, ਭਗਤ ਸਹਿਬਾਨਾਂ ਨੇ ਇਸ ਸ਼ਬਦ ਦੇ ਅੰਦਰ ਬੜਾ ਸੋਹਣਾ ਬਚਨ ਕੀਤਾ ਹੈ। ਕੀ ਕਹਿੰਦੇ ਨੇ ਭਗਤ ਜੀ? ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਉਤਰੈ, ਹਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਬੜਾ ਪਿਆਰਾ ਸ਼ਬਦ ਹੈ ਤੇ ਬੜੀ ਮਹਿੰਗੀ ਬਾਣੀ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ, ਜਿਹੜਾ ਮਰਨ ਕੰਢੇ ਪਿਆ ਹੋਵੇ, ਅੰਤਮ ਸਵਾਸ ਚੱਲਦੇ ਹੋਣ ਤੇ ਅੰਤਮ ਸਵਾਸਾਂ ਵੇਲੇ ਵੀ ਆਪਣੀ ਮੌਤ ਦੇ ਨਜ਼ਦੀਕ ਹੋ ਕੇ ਵੀ ਪ੍ਰਮਾਤਮਾ ਦੇ ਨਾਮ ਦਾ ਚਿੰਤਨ ਨਾ ਕਰੇ ਤੇ ਚਿੰਤਨ ਕਰੇ, ਮੇਰੇ ਕੋਲ ਧਨ ਬਹੁਤ ਸੀ, ਮੇਰੀ ਜ਼ਮੀਨ ਜਾਇਦਾਦ ਦਾ ਕੀ ਬਣੇਗਾ? ਗੁਰੂ ਸਾਹਿਬ ਜੀ ਨੇ ਉੱਥੇ ਫੈਸਲਾ ਦਿੱਤਾ। ਕਹਿਣ ਲੱਗਾ, ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜਿਹੜੇ ਅੰਤ ਵੇਲੇ ਪ੍ਰਮਾਤਮਾ ਦੇ ਨਾਮ ਦੀ ਚਿੰਤਾ ਦੀ ਜਗ੍ਹਾ ਤੇ ਧਨ ਦੌਲਤ ਤੇ ਮਾਇਆ ਦੀ ਚਿੰਤਾ ਕਰਦੇ ਪਏ ਨੇ, ਸਰਪ ਜੋਨ, ਕਹਿੰਦੇ ਉਹ ਸੱਪ ਦੀ ਜੋਨ ਵਿੱਚ ਪੈਂਦੇ ਨੇ। ਅਰੀ ਬਾਈ, ਅਰੀ ਬਾਈ ਤੋਂ ਭਾਵ ਹੈ, ਹੇ ਮੇਰੀ ਭੈਣੇ, ਪਰਮਾਤਮਾ ਦਾ ਨਾਮ ਆਪਣੇ ਮਨ ਤੋਂ ਨਾ ਵਿਸਾਰੀ। ਪਰਮਾਤਮਾ ਦਾ ਨਾਮ ਬੜਾ ਜ਼ਰੂਰੀ ਜੇ। ਜਿਵੇਂ ਗੁਰਮੁਖੋ ਤਨ ਵਾਸਤੇ ਖੁਰਾਕ, ਮਨ ਤੇ ਆਤਮਾ ਵਾਸਤੇ, ਇਹਨੂੰ ਖੁਸ਼ਹਾਲ ਰੱਖਣ ਵਾਸਤੇ, ਜੀਵਤ ਰੱਖਣ ਵਾਸਤੇ ਪਰਮਾਤਮਾ ਦਾ ਨਾਮ ਬੜਾ ਜ਼ਰੂਰੀ ਹੈ। ਅੱਗੇ ਮੇਰੇ ਭਗਤ ਜੀ, ਭਗਤ ਸਾਹਿਬਾਨ ਜੀ ਬਚਨ ਕਰਦੇ ਨੇ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਵੇਸਵਾ ਜੋਨ ਵੱਲ ਵੱਲ ਉਤਰੈ। ਇਹ ਗੁਰਬਾਣੀ ਦਾ ਫੈਸਲਾ ਹੈ ਜੀ। ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬ ਜੀ ਦੀ ਬਾਣੀ ਹੀ ਸਾਡੇ ਵਾਸਤੇ ਤੇ ਸਿੱਖਾਂ ਵਾਸਤੇ ਸਭ ਤੋਂ ਵੱਡਾ ਸਬੂਤ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ, ਜਿਹੜੇ ਅੰਤ ਵੇਲੇ ਆਪਣੀ ਘਰ ਵਾਲੀ ਤੇ ਆਪਣੀ ਇਸਤਰੀ ਦੀ ਹੀ ਚਿੰਤਾ ਕਰਦੇ ਨੇ,
ਕਹਿਣ ਲੱਗੇ ਪ੍ਰਮਾਤਮਾ ਦਾ ਨਾਮ ਵੀ ਯਾਦ ਨਹੀਂ ਆਇਆ, ਅੰਤ ਵੇਲੇ ਵੀ ਪ੍ਰਮਾਤਮਾ ਦੇ ਨਾਮ ਦੀ ਚਿੰਤਾ ਨਹੀਂ ਹੋਈ, ਤੇ ਕਹਿਣ ਲੱਗੇ ਉਹਨਾਂ ਵਾਸਤੇ ਵੇਸਵਾ ਜੋਨ ਵੀ ਤਿਆਰ ਹੈ। ਅੱਗੇ ਮੇਰੇ ਪਾਤਸ਼ਾਹ ਜੀ ਬਚਨ ਕਰਦੇ ਨੇ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵੱਲ ਵੱਲ ਉਤਰੈ। ਅੰਤ ਸਮੇਂ ਸਵਾਸ ਗਿਣਤੀ ਦੇ ਨੇ, ਪਰ ਨਾਮ ਦੀ ਚਿੰਤਾ ਨਹੀਂ ਕੀਤੀ। ਚਿੰਤਾ ਕਿਸ ਦੀ ਕੀਤੀ? ਕਿ ਮੇਰੇ ਧੀਆਂ ਪੁੱਤਰ, ਮੇਰੇ ਮਗਰੋਂ ਹੁਣ ਕੀ ਹੋਵੇਗਾ, ਮੈਂ ਇਹਨਾਂ ਦਾ ਆਸਰਾ ਸੀ, ਮੇਰੇ ਮਗਰੋਂ ਇਹਨਾਂ ਦਾ ਕੀ ਬਣੇਗਾ। ਕਹਿਣ ਲੱਗੇ ਅੰਤ ਸਮੇਂ ਆਪਣੇ ਧੀਆਂ ਪੁੱਤਰਾਂ ਦੀ ਚਿੰਤਾ ਵਿੱਚ ਫਸ ਗਿਆ ਹੈ। ਕਹਿਣ ਲੱਗੇ ਤੂੰ ਧੀਆਂ ਪੁੱਤਰਾਂ ਨੂੰ ਪਿਆਰ ਕਰਦਾ ਸੈਂ, ਨਾਮ ਨੂੰ ਯਾਦ ਨਹੀਂ ਸੀ ਕੀਤਾ ਨਾ, ਇਸ ਕਰਕੇ ਕਹਿਣ ਲੱਗੇ ਜਾਂ ਤੇਰੇ ਵਾਸਤੇ ਸੂਕਰ ਜੋਨ ਵੱਲ ਵੱਲ ਉਤਰੇ, ਸੂਰ ਦੀ ਜੂਨ ਤੇਰੇ ਵਾਸਤੇ ਤਿਆਰ ਹੈ। ਕਿਉਂਕਿ ਸੂਰ ਦੇ ਅਨੇਕਾਂ ਬੱਚੇ ਹੁੰਦੇ ਨੇ। ਮੈਂ ਆਪਣੇ ਵਿਸ਼ੇ ਵਿੱਚ ਰਹਾ, ਬੇਨਤੀ ਕਰਾਂ ਗੁਰਮੁਖੋ, ਅੱਗੇ ਭਗਤ ਜੀ ਬਚਨ ਕਰਦੇ ਨੇ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵੱਲ ਵੱਲ ਉਤਰੈ। ਕਹਿਣ ਲੱਗੇ ਜਿਹੜਾ ਅੰਤ ਸਮੇਂ ਮਰਨ ਦੇ ਕੰਢੇ ਹੋਵੇ, ਗਿਣਤੀ ਦੇ ਸਵਾਸ ਹੋਣ, ਪਰਮਾਤਮਾ ਦੇ ਨਾਮ ਦੀ ਜਗ੍ਹਾ ਤੇ ਚਿੰਤਾ ਆਪਣੇ ਘਰ ਤੇ ਮਹਿਲ ਦੀ ਕਰੀ ਜਾਏ ਕਿ ਮੇਰਾ ਘਰ ਬਹੁਤ ਸੋਹਣਾ ਸੀ, ਮੈਂ ਚਲਾ ਜਾਣਾ, ਘਰ ਦਾ ਕੀ ਬਣੇਗਾ। ਆਤਮਾ ਕਹਿਣ ਲੱਗੇ ਨਾਮ ਦੀ ਚਿੰਤਾ ਨਹੀਂ ਕਰਦੀ। ਆਤਮਾ ਕਿੱਥੇ, ਮਨ ਕਿੱਥੇ, ਮੰਦਰ ਵਿੱਚ ਤੇ ਮਹਿਲਾਂ ਘਰ ਦੇ ਵਿੱਚ ਫਸਿਆ ਪਿਆ ਹੈ। ਤੇ ਫਿਰ ਉਹ ਪ੍ਰੇਤ ਦੀ ਜੂਨੀ ਵਿੱਚ ਪੈ ਕੇ ਉਸੇ ਘਰ ਦੇ ਵਿੱਚ ਭਗਤ ਜੀ ਨੇ ਫੈਸਲਾ ਦਿੱਤਾ ਹੈ, ਭਟਕਦਾ ਹੈ। ਪਰ ਅੰਤ ਤੇ ਸਾਰਾ ਨਿਚੋੜ ਕੱਢਿਆ ਹੈ ਭਗਤ ਜੀ ਨੇ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦ ਤਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੈ ਵਸੈ। ਕਹਿਣ ਲੱਗੇ ਜਿਹਦੀ ਆਤਮਾ ਪ੍ਰਮਾਤਮਾ ਦੇ ਨਾਮ ਵਿੱਚ ਭਿੱਜ ਜਾਏ, ਅੰਤ ਵੇਲੇ ਪ੍ਰਮਾਤਮਾ ਦੇ ਨਾਮ ਦੀ ਚਿੰਤਾ ਕਰੇ, ਹੋਰ ਕੋਈ ਵੀ ਚਿੰਤਾ ਸਤਾਏ ਨਾ, ਪ੍ਰਮਾਤਮਾ ਦੀ ਨਾਮ ਦੀ ਚਿੰਤਾ ਕਰੇ ਤੇ ਜਿੰਦ ਜਾਨ ਪ੍ਰਮਾਤਮਾ ਦੇ ਨਾਮ ਵਿੱਚ ਖੁੱਭੀ ਰਹੇ। ਤੇ ਭਗਤ ਜੀ ਨੇ ਫੈਸਲਾ ਦਿੱਤਾ ਹੈ, ਉਹਨੂੰ ਮੁਕਤੀ ਵੀ ਮਿਲਦੀ ਹੈ, ਪਰਮਾਤਮਾ ਦੇ ਚਰਨਾਂ ਦੇ ਵਿੱਚ ਥਾਂ ਵੀ ਮਿਲ ਜਾਂਦੀ ਹੈ। ਗੁਰਮੁਖੋ, ਧੰਨ ਭਗਤ ਕਬੀਰ ਸਾਹਿਬ ਜੀ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਅਥਾਹ ਪ੍ਰਚਾਰ ਕੀਤਾ, ਬੜਾ ਪ੍ਰਚਾਰ ਕੀਤਾ ਤੇ ਪ੍ਰਚਾਰ ਕਰ ਕਰਕੇ ਲੋਕਾਈ ਨੂੰ ਜਾਗਰੂਕ ਕੀਤਾ। ਭਗਤ ਕਬੀਰ ਸਾਹਿਬ ਜੀ ਦੇ ਜੀਵਨ ਦੀ ਇੱਕ ਘਟਨਾ ਹੈ, ਗੁਰਮੁਖੋ ਨਾਮ ਦੇ ਨਾਲ ਸੰਬੰਧਿਤ ਹੈ। ਬੇਨਤੀ ਕਰਾਂ ਧਿਆਨ ਕਰਕੇ ਇਕਾਗਰਤਾ ਦੇ ਨਾਲ ਸੁਣਨ ਦੀ ਕਿਰਪਾਲਤਾ ਕਰਿਓ, ਆਪ ਜੀ ਨੂੰ ਇਹਦੇ ਵਿੱਚੋਂ ਬਹੁਤ ਕੁਝ ਮਿਲੇਗਾ। ਹੋ ਸਕਦਾ ਹੈ ਸਾਡਾ ਜੀਵਨ ਕਿਤੇ ਖਲੋਤਾ ਹੋਵੇ ਤੇ ਅਸੀਂ ਅਗਾਂਹ ਨਾ ਤੁਰਦੇ ਹੋਈਏ, ਪਰ ਭਗਤ ਸਹਿਬਾਨਾਂ ਦੇ ਜੀਵਨ ਦੇ ਵਿੱਚੋਂ ਕੋਈ ਐਸੀ ਸਾਖੀ ਹੋ ਸਕਦਾ ਹੈ, ਉਹਨਾਂ ਦਾ ਕੋਈ ਕ੍ਰਿਸ਼ਮਾ ਵਰਤੇ ਕਿ ਸਾਡਾ ਜੀਵਨ ਅਗਾਂਹ ਚੱਲੇ ਤੇ ਜੀਵਨ ਸਫਲ ਹੋ ਜਾਏ। ਗੁਰਮੁਖੋ, ਧੰਨ ਭਗਤ ਕਬੀਰ ਸਾਹਿਬ ਜੀ ਦੇ ਜੀਵਨ ਦੀ ਇੱਕ ਘਟਨਾ ਮੈਂ ਸਾਂਝੀ ਕਰਾਂ। ਭਗਤ ਕਬੀਰ ਸਾਹਿਬ ਜੀ ਜਿਸ ਇਲਾਕੇ ਵਿੱਚ ਰਹਿੰਦੇ ਨੇ, ਸੇਠ ਉਸ ਇਲਾਕੇ ਵਿੱਚ ਰਹਿੰਦਾ ਹੈ, ਬੜਾ ਧਨਾੜ ਸੀ, ਗਹਿਣਿਆਂ ਦਾ ਵਪਾਰ ਕਰਦਾ ਸੀ। ਤੇ ਭਗਤ ਕਬੀਰ ਸਾਹਿਬ ਜੀ ਉਸ ਸੇਠ ਦੇ ਕੋਲ ਗਏ ਤੇ ਕੀ ਵੇਖਿਆ ਵੀ ਲੋਕਾਂ ਦੀ ਬਹੁਤ ਭੀੜ ਲੱਗੀ ਹੈ। ਭਗਤਾਂ ਦਾ ਇੱਕ ਸੁਭਾਅ ਹੁੰਦਾ ਹੈ, ਭਗਤ ਜਿਸ ਪ੍ਰਮਾਤਮਾ ਦੇ ਨਾਲ ਜੁੜੇ ਹੁੰਦੇ ਨੇ ਨਾ, ਤੇ ਲੋਕਾਈ ਦੀ ਚਿੰਤਾ ਕਰਦੇ ਨੇ ਕਿ ਇਹਨਾਂ ਨੂੰ ਵੀ ਪ੍ਰਮਾਤਮਾ ਦੇ ਨਾਲ ਜੋੜ ਦਿੱਤਾ ਜਾਏ। ਭਗਤ ਕਬੀਰ ਸਾਹਿਬ ਜੀ ਨੇ ਉਸ ਸੁਭਾਅ ਦੇ ਮੁਤਾਬਕ ਸੇਠ ਦੇ ਕੋਲ ਜਾ ਕੇ ਕਹਿਣਾ ਕੀਤਾ, ਸੇਠ ਜੀ ਤੁਹਾਡਾ ਕੰਮਕਾਰ ਤੇ ਬਹੁਤ ਚੰਗਾ ਹੈ, ਬੜਾ ਚੜ੍ਹਦੀ ਕਲਾ ਵਿੱਚ ਹੈ, ਪਰ ਕਹਿਣ ਲੱਗੇ ਜੀਵਨ ਨੂੰ ਸਫਲ ਕਰਨ ਵਾਸਤੇ ਨਾਮ ਜਪਣਾ ਬੜਾ ਜ਼ਰੂਰੀ ਹੈ, ਸੰਗਤ ਕਰਨੀ ਬਹੁਤ ਜ਼ਰੂਰੀ ਹੈ, ਨਾਮ ਜਪਣਾ ਚਾਹੀਦਾ ਹੈ। ਸੇਠ ਨੇ ਉਸ ਵੱਲ ਧਿਆਨ ਨਹੀਂ ਦਿੱਤਾ, ਕਿਉਂਕਿ ਗੁਰਮੁਖੋ ਜਿਸ ਵੇਲੇ ਕਲਯੁਗ ਦਾ ਪ੍ਰਭਾਵ ਮਨ ਤੇ ਪੈ ਜਾਏ
ਤੇ ਮਾਇਆ ਰੂਪੀ ਹਨੇਰੇ ਦਾ ਪ੍ਰਭਾਵ ਮਨ ਤੇ ਪੈ ਜਾਏ ਤੇ ਗਿਆਨ ਦੀਆਂ ਗੱਲਾਂ ਤੇ ਗੁਰੂ ਦੀਆਂ ਗੱਲਾਂ ਫਿਰ ਸਿਰ ਤੋਂ ਲੰਘ ਜਾਇਆ ਕਰਦੀਆਂ ਨੇ, ਉਹ ਚੰਗੀਆਂ ਨਹੀਂ ਲੱਗਦੀਆਂ। ਗੁਰੂ ਕਿਰਪਾ ਕਰੇ। ਚੋਟ ਸਹਾਰੇ ਸ਼ਬਦ ਕੀ, ਕਿਤੇ ਸਾਡੇ ਮਨ ਨੂੰ ਵੀ ਗੁਰੂ ਦੇ ਸ਼ਬਦ ਦੀ ਚੋਟ ਲੱਗੇ, ਅਸੀਂ ਵੀ ਗੁਰੂ ਦੇ ਰਸਤੇ ਉੱਤੇ ਚੱਲਣ ਲੱਗ ਪਈਏ। ਧਿਆਨ ਕਰਕੇ ਸੁਣਿਓ। ਬਾਬਾ ਕਬੀਰ ਸਾਹਿਬ ਜੀ ਫਿਰ ਅਗਲੇ ਹਫ਼ਤੇ ਗਏ। ਸੇਠ ਜੀ ਨੂੰ ਫਿਰ ਆਖਿਆ, ਸੰਗਤ ਕਰੋ, ਨਾਮ ਜਪਣਾ ਬੜਾ ਜ਼ਰੂਰੀ, ਜੀਵਨ ਸਫਲ ਹੋਵੇਗਾ। ਸੇਠ ਜੀ ਨੇ ਧੱਕੇ ਮਰਵਾਏ ਤੇ ਨਾਲੇ ਕਬੂਲ ਬਚਨ ਬੋਲੇ, ਕਹਿਣ ਲੱਗੇ, ਇਹ ਨਾਮ ਜਪਣਾ ਤੁਹਾਡੇ ਵਾਸਤੇ ਹੈ। ਸਾਡੀ ਉੱਚੀ ਜਾਤ ਹੈ ਤੇ ਸਾਡੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ, ਸਾਨੂੰ ਨਾਮ ਜਪਣ ਦੀ ਕੀ ਲੋੜ ਹੈ। ਤੇ ਗੁਰਮੁਖੋ, ਕਈ ਵਾਰ ਤੇ ਸਾਡਾ ਵੀ ਇਹ ਜਵਾਬ ਹੁੰਦਾ ਹੈ ਕਿ ਨਾਮ ਜਪਣ ਵਾਸਤੇ ਸਾਡੇ ਕੋਲ ਸਮਾਂ ਨਹੀਂ। ਪਰ ਗੁਰਮੁਖੋ, ਗੁਰੂ ਕਾ ਬਚਨ ਹੈ, ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰਮਾਤਮਾ ਦਾ ਨਾਮ ਜਪਣਾ ਬੜਾ ਜ਼ਰੂਰੀ ਹੈ। ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕਹਿ ਆਵੇ ਕਾਮ। ਹੇ ਮੇਰੇ ਮਨਾ, ਪਰਮਾਤਮਾ ਦੇ ਨਾਮ ਪਿੱਛੇ ਭੱਜ, ਜਿਵੇਂ ਕੰਮ ਪਿੱਛੇ ਦੌੜਦਾ ਹੈ, ਲਾਲਚ ਕਰਦਾ ਹੈ, ਤਿਵੇਂ ਨਾਮ ਜਪਣ ਦਾ ਵੀ ਇੱਕ ਲਾਲਚ ਕਰ। ਯਾਦ ਰੱਖੀ, ਇਹ ਨਾਮ ਦਾ ਕੀਤਾ ਹੋਇਆ ਲਾਲਚ ਤੇਰੀ ਜ਼ਿੰਦਗੀ ਨੂੰ ਸਵਾਰ ਦੇਗਾ। ਗੁਰਮੁਖੋ, ਬਾਬਾ ਕਬੀਰ ਸਾਹਿਬ ਜੀ ਨੂੰ ਨਾਲੇ ਧੱਕੇ ਮਰਵਾਏ ਤੇ ਨਾਲੇ ਕਬੂਲ ਬੋਲ ਦਿੱਤੇ। ਅਗਲੇ ਹਫ਼ਤੇ ਫਿਰ ਆਏ ਭਗਤ ਕਬੀਰ ਸਾਹਿਬ ਜੀ, ਕਹਿਣ ਲੱਗੇ, ਸੇਠ ਨੂੰ ਸਮਝਾਉਣਾ ਹੈ, ਕਿਉਂਕਿ ਇਹ ਜੀਵਨ ਬਹੁਤ ਕੀਮਤੀ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਜਿਉ ਬਨ ਫਲ ਪਾਕੇ ਭੋਏ ਗਿਰੇ, ਬੋਰ ਨਾ ਲਾਗੇ ਡਾਰ। ਨਾਮ ਜਪਣਾ ਕਿੰਨਾ ਜ਼ਰੂਰੀ ਹੈ। ਗੁਰਮੁਖੋ, ਬਾਬਾ ਕਬੀਰ ਸਾਹਿਬ ਜੀ ਦੇ ਨਾਲ ਦੇ ਸੰਗੀ ਸਾਥੀਆਂ ਨੇ ਆਖਿਆ ਕਿ ਸਾਨੂੰ ਹੁਣ ਇਸ ਸੇਠ ਦੇ ਕੋਲ ਨਹੀਂ ਜਾਣਾ ਚਾਹੀਦਾ। ਆਖੇ ਕਿਉਂ? ਕਹਿਣ ਲੱਗੇ, ਪਹਿਲਾਂ ਤੁਹਾਨੂੰ ਧੱਕੇ ਵੀ ਮਾਰੇ ਤੇ ਭਗਤ ਜੀ ਤੁਹਾਨੂੰ ਕਬੂਲ ਬੋਲ ਵੀ ਬੋਲੇ ਸਨ, ਤੇ ਹੁਣ ਤੁਸੀਂ ਫਿਰ ਸੇਠ ਨੂੰ ਉਪਦੇਸ਼ ਦੇਣ ਵਾਸਤੇ ਜਾ ਰਹੇ ਹੋ। ਬਾਬਾ ਕਬੀਰ ਸਾਹਿਬ ਜੀ ਨੇ ਇੱਥੇ ਬਚਨ ਯਾਦ ਕਰਵਾਏ। ਅਸੀਂ ਵੀ ਕਿਤੇ ਗੁਰਮੁਖੋ ਕਿਸੇ ਦਾ ਬੁਰਾ ਤੱਕਣ ਲੱਗਿਆ, ਕਿਤੇ ਆ ਗੁਰੂ ਕੇ ਬਚਨ ਆਪਣੇ ਮਨ ਦੇ ਵਿੱਚ ਅਸੀਂ ਜ਼ਰੂਰ ਯਾਦ ਕਰ ਲਿਆ ਕਰੀਏ। ਬਾਬਾ ਕਬੀਰ ਸਾਹਿਬ ਜੀ ਕਹਿਣ ਲੱਗੇ, ਉਸ ਸੇਠ ਵਿਚਾਰੇ ਦਾ ਕੀ ਦੋਸ਼ ਹੈ? ਇਹ ਤੇ ਪ੍ਰਮਾਤਮਾ ਦੇ ਹੁਕਮ ਵਿੱਚ ਚੱਲਦਾ ਹੈ। ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਪਰਮਾਤਮਾ ਨੇ ਇਹਦੇ ਸਰੀਰ ਰੂਪੀ ਭਾਂਡੇ ਵਿੱਚ ਜਿਹੋ ਜਿਹੇ ਸ਼ਬਦ ਬੋਲ ਪਾਏ ਨੇ, ਇਹ ਉਹੀ ਬੋਲ ਰਿਹਾ ਹੈ, ਇਹਦੀ ਕੀ ਮਰਜ਼ੀ ਹੈ। ਬਾਬਾ ਕਬੀਰ ਸਾਹਿਬ ਜੀ ਉਪਦੇਸ਼ ਦੇਣ ਵਾਸਤੇ ਤੁਰੇ। ਸੇਠ ਨੂੰ ਕਹਿਣ ਲੱਗੇ, ਸੰਗਤ ਕਰਨੀ ਜ਼ਰੂਰੀ, ਨਾਮ ਜਪੋ, ਜੀਵਨ ਸਫਲ ਹੋਵੇਗਾ। ਹੁਣ ਸੇਠ ਨੇ ਆਪ ਧੱਕੇ ਮਾਰੇ ਤੇ ਨਾਲੇ ਕਹਿ ਦਿੱਤਾ, ਤੁਸੀਂ ਸਾਨੂੰ ਤਾਂ ਕਹਿੰਦੇ ਹੋ ਕਿ ਸੰਗਤ ਕਰੋ, ਨਾਮ ਜਪੋ, ਤਾਂ ਕਿ ਮੈਂ ਤੁਹਾਡੇ ਕੋਲ ਆਵਾਂ ਤੇ ਲੋਕ ਤੁਹਾਡੀ ਵਡਿਆਈ ਕਰਨ, ਉਪਮਾ ਕਰਨ ਕਿ ਤੁਹਾਡੇ ਕੋਲ ਤੇ ਵੱਡੇ ਵੱਡੇ ਸੇਠ ਆਉਂਦੇ ਨੇ ਸੰਗਤ ਕਰਨ ਵਾਸਤੇ ਵੀ। ਭਗਤ ਕਬੀਰ ਸਾਹਿਬ ਬਹੁਤ ਵੱਡਾ ਭਗਤ ਹੈ। ਤੁਸੀਂ ਆਪਣੀ ਉਪਮਾ ਕਰਕੇ ਹੀ ਸਾਨੂੰ ਕਹਿੰਦੇ ਹੋ ਕਿ ਮੇਰੀ ਸੰਗਤ ਕਰੋ, ਮੇਰੇ ਕੋਲ ਨਾਮ ਜਪੋ। ਬਾਬਾ ਕਬੀਰ ਸਾਹਿਬ ਜੀ ਨੇ ਫਿਰ ਬਚਨ ਕਰ ਦਿੱਤਾ। ਕਹਿਣ ਲੱਗੇ, ਭਗਤਾ, ਅਸੀਂ ਤੇਰੇ ਕੋਲ 3 ਵਾਰ ਆਏ, ਪਰ ਤੂੰ ਸਮਝ ਨਾ ਸਕਿਆ ਕਿ ਤੈਨੂੰ ਅਸੀਂ ਕਿਉਂ ਕਹਿ ਰਹੇ ਹਾਂ, ਕਿਉਂਕਿ ਤੇਰੇ ਕੋਲ ਹੁਣ ਗਿਣਤੀ ਦੇ ਸਵਾਸ ਨੇ, ਤੇਰੇ ਕੋਲ ਸਮਾਂ ਬਹੁਤਾ ਨਹੀਂ। ਬਾਬਾ ਕਬੀਰ ਸਾਹਿਬ ਜੀ ਇਹ ਕਹਿ ਕੇ ਚਲੇ ਗਏ। ਗੁਰਮੁਖੋ, ਅਗਲੀ ਸਵੇਰ ਖਬਰ ਪਹੁੰਚੀ ਕਿ ਸੇਠ ਦੀ ਮੌਤ ਹੋ ਗਈ। ਸਮਾਂ ਬਤੀਤ ਹੋਇਆ। ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਇੱਕ ਦਿਨ ਮੇਨ ਰਸਤੇ ਦੇ ਉੱਤੇ ਕੋਈ ਸੇਠ ਗੱਡੇ ਉੱਪਰ ਆਪਣਾ ਸੌਦਾ ਲੱਦ ਕੇ, ਬੜਾ ਭਾਰੀ ਸਮਾਨ ਲੱਦ ਕੇ
ਲਜਾਈ ਜਾ ਰਿਹਾ ਸੀ ਤੇ ਅੱਗੇ ਬੈਲ ਜੋੜਿਆ ਸੀ, ਪਰ ਅੱਗੇ ਚੜ੍ਹਾਈ ਬਹੁਤ ਜ਼ਿਆਦਾ ਸੀ ਤੇ ਬੈਲ ਕੋਲੋਂ ਤੁਰਿਆ ਨਹੀਂ ਸੀ ਜਾਂਦਾ। ਬੈਲ ਦੇ ਕੋਲੋਂ ਉੱਚੀ ਚੜ੍ਹਾਈ ਚੜ੍ਹੀ ਨਹੀਂ ਸੀ ਜਾ ਰਹੀ। ਤੇ ਗੁਰਮੁਖੋ ਇਹ ਸੇਠ, ਇਹ ਮਾਲਕ ਉਹਨੂੰ ਬਹੁਤ ਜ਼ਿਆਦਾ ਸੋਟੀਆਂ ਮਾਰ ਕੇ ਹੱਕ ਰਿਹਾ ਸੀ, ਪਰ ਮਾਰ ਖਾਂਦਾ ਖਾਂਦਾ ਬੈਲ ਅੱਗੇ ਤੇ ਨਹੀਂ ਵਧਿਆ, ਚੜ੍ਹਾਈ ਨਾ ਚੜ੍ਹ ਸਕਿਆ, ਉੱਥੇ ਗੋਡਣੀਆਂ ਲਾ ਕੇ ਬੈਠ ਗਿਆ। ਲੋਕਾਂ ਦੀ ਭੀੜ ਇਕੱਠੀ ਹੋਈ, ਪਰ ਇਹ ਮਾਲਕ ਇਸ ਬੈਲ ਨੂੰ ਕੁੱਟੀ ਜਾ ਰਿਹਾ, ਮਾਰੀ ਜਾ ਰਿਹਾ ਸੋਟੀਆਂ ਦੇ ਨਾਲ। ਬਾਬਾ ਕਬੀਰ ਸਾਹਿਬ ਜੀ ਨੇ ਵੀ ਵੇਖਿਆ ਵੀ ਮਨਾ ਅੱਗੇ ਜਾ ਕੇ ਵੇਖੀਏ ਤੇ ਸਹੀ, ਇਹ ਜਿਹੜਾ ਬੈਲ ਹੈ ਇਹ ਕਿਹੜੀ ਐਸੀ ਮਾੜੀ ਰੂਹ ਹੈ, ਕਿਹੜੇ ਐਸੇ ਕਰਮ ਕੀਤੇ ਨੇ ਕਿ ਇਸ ਜੂਨ ਦੇ ਵਿੱਚ ਵੀ ਇਹਨੂੰ ਭਾਰੀ ਮਾਰ ਪੈ ਰਹੀ ਹੈ। ਬਾਬਾ ਕਬੀਰ ਸਾਹਿਬ ਜੀ ਜਿਸ ਵੇਲੇ ਅੱਗੇ ਗਏ ਤੇ ਬਾਬਾ ਕਬੀਰ ਸਾਹਿਬ ਜੀ ਨੇ ਆਪਣੀ ਦੀਰਘ ਦ੍ਰਿਸ਼ਟੀ ਦੇ ਨਾਲ, ਅਨੁਭਵ ਦੇ ਨਾਲ ਵੇਖਿਆ ਤੇ ਆਪਣੇ ਮੁਖ ਤੋਂ ਬਚਨ ਕੀਤਾ ਕਿ ਇਹ ਤੇ ਉਹੀ ਸੇਠ ਹੈ ਜਿਹਨੇ ਨਾਮ ਨਹੀਂ ਸੀ ਜਪਿਆ। ਕਹਿਣ ਲੱਗੇ ਨਾਮ ਨਾ ਜਪਣ ਕਰਕੇ, ਇਸੇ ਕਰਕੇ ਇਹਨੂੰ ਬੈਲ ਦੀ ਜੂਨੀ ਪ੍ਰਾਪਤ ਹੋਈ ਹੈ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ, ਚਾਰ ਪਾਮ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਕਹਿਣ ਲੱਗੇ ਤੇਰੇ ਚਾਰ ਪੈਰ ਲੱਗ ਗਏ ਨੇ, ਮੁਖ ਤੇ ਹੈ ਪਰ ਗੂੰਗਿਆਂ ਦੀ ਤਰ੍ਹਾਂ ਹੈ, ਦੋ ਤੇਰੇ ਸਿੰਘ ਸਿਰ ਤੇ ਲੱਗ ਗਏ ਨੇ, ਹੁਣ ਦੱਸ ਤੂੰ ਨਾਮ ਜਪ ਸਕਦਾ ਹੈ? ਉਠਤ ਬੈਠਤ ਠੇਂਗਾ ਪਰ ਹੈ। ਯਾਦ ਰੱਖੀ ਜਿਸ ਮਾਲਕ ਦੇ ਤੂੰ ਵਸ ਵਿੱਚ ਪਿਆ ਹੋਇਆ ਹੈ ਨਾ, ਤੇਰੇ ਐਸੇ ਮਾੜੇ ਕਰਮ, ਤੂੰ ਨਾਮ ਨਹੀਂ ਜਪਿਆ ਤੇ ਬੈਲ ਦੀ ਜੂਨੀ ਮਿਲੀ ਹੈ ਤੇ ਉਠਤ ਬੈਠਤ ਠੇਂਗਾ ਪਰ ਹੈ। ਜਦੋਂ ਤੈਨੂੰ ਤੇਰਾ ਮਾਲਕ ਉਠਾਉਂਦਾ ਤਾਂ ਵੀ ਤੇਰੇ ਡੰਡਾ ਪੈਂਦਾ ਹੈ, ਜਦੋਂ ਤੈਨੂੰ ਬਿਠਾਉਂਦਾ ਤਾਂ ਵੀ ਤੇਰੇ ਮਾਰ ਪੈਂਦੀ ਹੈ। ਤਬ ਕਤ ਮੂੰਡ ਲੁਕਈ ਹੈ, ਤੂੰ ਮਾਰ ਤੇ ਖਾ ਸਕਦਾ ਪਰ ਮਾਰ ਤੋਂ ਬਚਣ ਵਾਸਤੇ ਆਪਣਾ ਸਿਰ ਕਿਧਰੇ ਨਹੀਂ ਲੁਕਾ ਸਕਦਾ। ਹਰ ਬਿਨ ਬੈਲ ਬਿਰਾਨੇ ਹੋਈ ਹੈ। ਤੇ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤਾ, ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹਨਾਂ ਵਾਸਤੇ ਭਾਈ ਬੈਲ ਦੀ ਜੂਨੀ ਤਿਆਰ ਹੈ। ਇਹ ਗੁਰਬਾਣੀ ਦਾ ਫੈਸਲਾ ਹੈ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ ਕਿ ਹੇ ਮਿੱਤਰ, ਪਰਮਾਤਮਾ ਦਾ ਨਾਮ ਅਨੂਠਾ ਪਦਾਰਥ ਹੈ, ਪਰਮਾਤਮਾ ਦਾ ਨਾਮ ਜਪੋ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ। ਅੱਗੇ ਮੇਰੇ ਪਾਤਸ਼ਾਹ ਜੀ ਨੇ ਇਹ ਵੀ ਬਚਨ ਨਾਲ ਕੀਤਾ ਕਿ ਹਰ ਔਖਦ ਜਾਂ ਕੋ ਗੁਰ ਦੀਆ, ਤਾਕੇ ਨਿਰਮਲ ਚੀਤਾ। ਔਖਦ ਤੋਂ ਭਾਵ ਹੈ ਅਸ਼ੁੱਧੀ, ਦਵਾਈ। ਚੀਤਾ ਤੋਂ ਭਾਵ ਹੈ ਆਪਣਾ ਮਨ, ਚਿੱਤ ਤੇ ਹਿਰਦਾ। ਗੁਰੂ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਕੀਤਾ। ਕਹਿਣ ਲੱਗੇ ਗੁਰੂ ਨੇ ਜਿਸ ਵੇਲੇ ਤਰਸ ਤੇ ਦਇਆ ਦੇ ਘਰ ਵਿੱਚ ਆ ਕੇ ਜਿਸ ਜੀ ਨੂੰ ਤਰਸੇ ਰਹਿਮਤ ਕਰਕੇ ਨਾਮ ਦੀ ਦਾਤ ਤੇ ਨਾਮ ਰੂਪੀ ਅਸ਼ੁੱਧੀ ਤੇ ਨਾਮ ਰੂਪੀ दारू ਦੇ ਦਿੱਤਾ, ਤਾਂ ਕਿ ਨਿਰਮਲ ਚੀਤਾ, ਉਹਨਾਂ ਦਾ ਭਾਈ ਮਨ ਅੰਦਰੋਂ ਸਾਫ਼ ਹੋ ਗਿਆ ਹੈ। ਯਾਦ ਰੱਖੋ, ਮਨ ਸਾਫ਼ ਦੀ ਨਿਸ਼ਾਨੀ ਕੀ ਹੈ? ਅੰਦਰੋਂ ਹਿਰਦਾ ਸਵੱਛ ਹੋ ਗਿਆ ਤੇ ਨਿਸ਼ਾਨੀ ਕੀ ਹੈ? ਅੰਦਰ ਚੁਗਲੀ ਨਿੰਦਿਆ ਨਹੀਂ ਹੋਵੇਗੀ, ਦੂਸਰਿਆਂ ਦੀ ਬੁਰਾਈ ਕਰਨ ਦੀ ਭਾਵਨਾ ਨਹੀਂ ਹੋਵੇਗੀ। ਯਾਦ ਰੱਖੋ, ਜਿਨ੍ਹਾਂ ਦਾ ਮਨ ਇੱਕ ਵਾਰ ਨਿਰਮਲ ਹੋ ਗਿਆ, ਗੁਰੂ ਦੇ ਨਾਮ ਰੂਪੀ दारू ਤੇ ਨਾਮ ਰੂਪੀ ਅਸ਼ੁੱਧੀ ਕਰਕੇ ਜਿਨ੍ਹਾਂ ਦਾ ਚਿੱਤ ਨਾਮ ਕਰਕੇ ਨਿਰਮਲ ਤੇ ਸਾਫ਼ ਹੋ ਜਾਂਦਾ ਹੈ ਨਾ, ਉਹ ਸਾਰਿਆਂ ਦੇ ਵਿੱਚੋਂ ਇੱਕ ਗੁਰੂ ਨੂੰ ਹੀ ਵੇਖਦੇ ਨੇ। ਗੁਰਮੁਖੋ ਜੋ ਦਿਸੈ ਸੋ ਤੇਰਾ ਰੂਪ, ਉਹਨਾਂ ਦੀ ਇਹ ਭਾਵਨਾ ਬਣ ਜਾਂਦੀ ਹੈ। ਕਦੀ ਗੁਰਮੁਖੋ ਆਪਣਾ ਧਿਆਨ ਲੈ ਕੇ ਜਾਓ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਜੀਵਨ ਵੱਲ। ਅੱਜ ਗੁਰਮੁਖੋ ਸਾਰਾ ਸੰਸਾਰ ਭਿਆਨਕ ਬਿਮਾਰੀ ਦੇ ਨਾਲ ਤੜਪ ਰਿਹਾ ਹੈ। ਕਰੋਨਾ ਵਾਇਰਸ ਦਾ ਹਰ ਪਾਸੇ ਪ੍ਰਭਾਵ ਹੈ। ਹਰ ਕੋਈ ਇਸ ਬਿਮਾਰੀ ਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਤੇ ਹਰ ਪਾਸਿਓਂ ਇਹ ਖਬਰ ਆ ਰਹੀ ਹੈ ਕਿ
ਇਸ ਵਾਇਰਸ ਦੀ ਕੋਈ ਵੀ ਬਿਮਾਰੀ ਤੇ ਅਸ਼ੁੱਧੀ ਨਹੀਂ ਬਣ ਰਹੀ। ਪਰ ਗੁਰਮੁਖੋ ਗੁਰੂ ਤੋਂ ਬਲਿਹਾਰ ਜਾਈਏ ਕਿ ਸਰਬ ਰੋਗ ਕਾ ਔਖਦ ਨਾਮ, ਸਾਰੇ ਵਾਇਰਸਾਂ ਦਾ ਇਲਾਜ ਗੁਰੂ ਦਾ ਨਾਮ ਹੈ। ਯਾਦ ਰੱਖੋ ਗੁਰਮੁਖੋ, ਗੁਰੂ ਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ, ਜਿੰਨੀ ਮਰਜ਼ੀ ਵੱਡੀ ਬਿਮਾਰੀ ਹੋਏ ਗੁਰੂ ਦਾ ਨਾਮ ਕੱਟ ਦਿੰਦਾ ਹੈ। ਗੁਰੂ ਦੇ ਨਾਮ ਵਿੱਚ ਬੜੀ ਬਰਕਤ ਹੈ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ। ਜਿਨ੍ਹਾਂ ਦੀ ਰਸਨਾ ਉੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਆ ਜਾਂਦਾ ਹੈ ਨਾ, ਸੱਚ ਗੱਲ ਇਹ ਹੈ ਕਿ ਉਹਨਾਂ ਦੇ ਮਨ ਨੂੰ ਲੱਗਿਆ ਹੋਇਆ ਦੁੱਖ, ਉਹਨਾਂ ਦੇ ਤਨ ਨੂੰ ਲੱਗੀ ਬਿਮਾਰੀ, ਸਰੀਰ ਨੂੰ ਲੱਗਿਆ ਦੁੱਖ ਦੂਰ ਹੋ ਜਾਂਦਾ ਹੈ। ਗੁਰਮੁਖੋ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ 4 ਸਾਲ ਦੀ ਉਮਰ ਦੇ ਵਿੱਚ ਬੇਅੰਤ ਬਾਣੀ ਇੱਕ ਕੰਠ ਕਰ ਲਈ ਹੈ ਤੇ 5 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਆਗਮਨ ਜਿਸ ਅਸਥਾਨ ਤੇ ਹੋਇਆ, ਅੱਜ ਵੀ ਗੁਰਦੁਆਰਾ ਸਾਹਿਬ ਸ਼ੀਸ਼ ਮਹਿਲ ਦੇ ਰੂਪ ਵਿੱਚ ਉੱਥੇ ਮੌਜੂਦ ਹੈ, ਕੀਰਤਪੁਰ ਸਾਹਿਬ। ਗੁਰਮੁਖੋ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀਵਾਨ ਸਜਾਉਂਦੇ ਨੇ। ਮੈਂ ਇੱਕ ਟੂਕ ਮਾਤਰ ਕੇਵਲ ਬੇਨਤੀ ਕਰਨੀ ਹੈ ਕਿ ਜਿਨ੍ਹਾਂ ਦਾ ਚਿੱਤ ਸਾਫ਼ ਹੋ ਜਾਂਦਾ ਹੈ, ਉਹਨਾਂ ਦੇ ਜੀਵਨ ਦੇ ਅੰਦਰ ਕੀ ਚੇਂਜਸ ਆਉਂਦੇ ਨੇ, ਜੀਵਨ ਵਿੱਚ ਬਦਲਾਵ ਕੀ ਆਉਂਦਾ ਹੈ। ਜਿਨ੍ਹਾਂ ਦਾ ਮਨ ਸਾਫ਼ ਹੋ ਜਾਂਦਾ ਹੈ ਗੁਰੂ ਦੀ ਕਿਰਪਾ ਦੇ ਨਾਲ। ਧਿਆਨ ਕਰਿਓ, ਗੁਰੂ ਸਾਹਿਬ ਜੀ ਦੀਵਾਨ ਸਜਾਈ ਬੈਠੇ ਨੇ, ਪੇਸ਼ਾਵਰ ਤੋਂ ਸੰਗਤ ਆਈ ਹੈ ਤੇ ਗੁਰਮੁਖੋ ਇਸ ਸੰਗਤ ਦੇ ਨਾਲ ਮਿਲ ਕੇ ਜਸਵੰਤ ਰਾਏ ਵੀ ਆਇਆ ਹੈ, ਤੇ ਜਿਹਦਾ ਕੀਤਾ ਸੀ ਲੋਕਾਂ ਨੂੰ ਮਾਰਨਾ ਤੇ ਲੁੱਟਣਾ, ਚੋਰੀ ਕਰਨੀ ਤੇ ਆਪਣਾ ਗੁਜ਼ਾਰਾ ਚਲਾਉਂਦਾ ਸੀ। ਸੱਜਣ ਠੱਗ ਵਾਲਾ ਇਹਦਾ ਕੰਮ ਸੀ। ਗੁਰਮੁਖੋ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸੰਗਤ ਵਿੱਚ ਇਸ ਭਾਵਨਾ ਕਰਕੇ ਆਇਆ ਹੈ ਕਿ ਉੱਥੇ ਵੇਖਾਂਗੇ ਕਿ ਇੰਨੀ ਸੰਗਤ ਦੇ ਵਿੱਚੋਂ ਜਿਹੜਾ ਅਮੀਰ ਹੋਵੇਗਾ ਨਾ, ਉਹਦੇ ਕੋਲੋਂ ਧਨ ਦੌਲਤ ਖੋਹ ਕੇ ਮੈਂ ਘਰ ਨੂੰ ਲੈ ਕੇ ਆਵਾਂਗਾ ਤੇ ਮੈਨੂੰ ਹੋ ਸਕਦਾ ਹੈ ਉੱਥੇ ਜਾ ਕੇ ਬਹੁਤ ਕੁਝ ਪ੍ਰਾਪਤ ਹੋ ਜਾਏ, ਮੇਰੇ ਹੱਥ ਕੁਝ ਮਾਲ ਲੱਗ ਜਾਏ। ਅਮੀਰ ਬੰਦਿਆਂ ਦੀ ਭਾਲ ਵਿੱਚ ਗੁਰੂ ਦੀ ਸੰਗਤ ਵਿੱਚ ਆ ਗਿਆ ਤੇ ਗੁਰੂ ਦੀ ਸੰਗਤ ਦੇ ਬਹਾਨੇ ਸ਼ਾਇਦ ਗੁਰੂ ਨੇ ਇਹਦਾ ਭਲਾ ਕਰਨਾ ਸੀ। ਚਿੱਤ ਜਿਨ੍ਹਾਂ ਦਾ ਸਾਫ਼ ਹੁੰਦਾ ਹੈ, ਉਹਨਾਂ ਦੇ ਜੀਵਨ ਦਾ ਬਦਲਾਵ ਕੀ ਹੈ, ਬੇਨਤੀ ਕਰਨ ਲੱਗਾ ਹਾਂ। ਜਸਵੰਤ ਰਾਏ ਕਦੀ ਕਿਧਰ ਜਾਂਦਾ ਹੈ, ਕਦੀ ਕਿਧਰ ਜਾਂਦਾ ਹੈ। ਦੀਵਾਨ ਸਜਿਆ, ਰਾਗੀ ਸਿੰਘ ਕੀਰਤਨ ਪਏ ਕਰਦੇ ਨੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਾਹਮਣੇ ਗੁਰਤਾ ਗੱਦੀ ਤੇ ਵਿਰਾਜਮਾਨ, ਅੱਗੇ ਸੰਗਤ ਬੈਠੀ ਹੈ। ਗੁਰੂ ਕੀ ਬਾਣੀ ਦਾ ਕੀਰਤਨ ਬੜੀ ਗੌਰ ਤੇ ਧਿਆਨ ਦੇ ਨਾਲ ਸਾਰੇ ਸੁਣਦੇ ਪਏ ਨੇ। ਗੁਰਮੁਖੋ, ਜਸਵੰਤ ਰਾਏ ਕਦੀ ਕਿਧਰ ਜਾਂਦਾ ਹੈ, ਕਦੀ ਕਿਧਰ ਜਾਂਦਾ ਹੈ। ਇਹ ਅਮੀਰ ਬੰਦਿਆਂ ਦੀ ਭਾਲ ਪਿਆ ਕਰਦਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵੇਖ ਲਿਆ ਤੇ ਬਚਨ ਕੀਤਾ, ਜਸਵੰਤ ਰਾਏ ਤੂੰ ਕੀ ਲੱਭ ਰਿਹਾ ਹੈ। ਇਹ ਬੜਾ ਹੈਰਾਨ ਹੋਇਆ ਕਿ ਗੁਰੂ ਸਾਹਿਬ ਜੀ ਨੂੰ ਮੇਰਾ ਨਾਮ ਕਿਹਨੇ ਦੱਸ ਦਿੱਤਾ, ਗੁਰੂ ਸਾਹਿਬ ਜੀ ਨੂੰ ਮੇਰਾ ਨਾਮ ਕਿਵੇਂ ਪਤਾ ਲੱਗਾ। ਗੁਰੂ ਸਾਹਿਬ ਜੀ ਨੇ ਕੀਰਤਨੀਆਂ ਨੂੰ ਇਸ਼ਾਰਾ ਕੀਤਾ, ਸਮਾਪਤੀ ਵਾਸਤੇ ਸਮਾਪਤੀ ਹੋਈ। ਗੁਰੂ ਸਾਹਿਬ ਜੀ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਹੁਣ ਸ਼ਬਦ ਪੜੋ, ਚੋਰ ਸਲਾਹੇ ਚੀਤ ਨਾ ਪੀਜੈ, ਜੇ ਬੱਧੀ ਕਰੇ ਤਾਂ ਤਸੂ ਨਾ ਸੀਜੈ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉ ਹੋਏ। ਗੁਰੂ ਕੇ ਕੀਰਤਨੀਆਂ ਨੇ ਉਸ ਸ਼ਬਦ ਦਾ ਕੀਰਤਨ ਸ਼ੁਰੂ ਕਰ ਦਿੱਤਾ, ਆਲਾਪ ਕੀਤਾ। ਇਸ ਸ਼ਬਦ ਦੇ ਬੋਲ ਜਸਵੰਤ ਰਾਏ ਦੇ ਕੰਨਾਂ ਵਿੱਚ ਪੈ ਗਏ ਤੇ ਬੜਾ ਹੈਰਾਨ ਹੋਇਆ। ਉਹ ਮਨਾ, ਮੈਂ ਸੁਣਿਆ ਸੀ ਗੁਰੂ ਅੰਤਰਜਾਮੀ ਹੈ, ਗੁਰੂ ਕੇਵਲ ਮੇਰਾ ਨਾਂ ਨਹੀਂ ਜਾਣਦਾ ਬਲਕਿ ਮੇਰੇ ਕੰਮਾਂ ਨੂੰ ਵੀ ਜਾਣਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਮੇਰੇ ਕੰਮਾਂ ਨੂੰ ਵੀ ਜਾਣਦਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ, ਜਸਵੰਤ ਰਾਏ ਜਿਹੜਾ ਤੂੰ ਕੰਮ ਕਰਦਾ ਹੈ ਨਾ, ਇਹ ਕੰਮ ਛੱਡ ਕੇ ਕਿਰਤ ਕਰ, ਤੇਰਾ ਜੀਵਨ ਸਫਲ ਹੋਵੇਗਾ। ਗੁਰੂ ਨਾਨਕ ਸਾਹਿਬ ਜੀ ਤੇਰੇ ਤੇ ਕਿਰਪਾ ਕਰਨਗੇ। ਉੱਥੇ ਖੜੇ ਨੇ ਬੇਨਤੀ ਕਰ ਦਿੱਤੀ, ਪਾਤਸ਼ਾਹ ਜੀ ਤੁਹਾਡੇ ਗਾਏ ਜਾਣ ਵਾਲੇ ਸ਼ਬਦ ਨੂੰ ਸੁਣ ਕੇ ਮੇਰਾ ਮਨ ਸਮਝ ਗਿਆ ਹੈ,
ਪਰ ਸਤਿਗੁਰੂ ਇੰਨੀ ਸੰਗਤ ਦੇ ਵਿੱਚ ਮੇਰੀ ਭਾਵਨਾ ਹੈ ਕਿਤੇ ਉਜਾਗਰ ਨਾ ਕਰ ਦਿਓ ਕਿ ਮੈਂ ਲੋਕਾਂ ਨੂੰ ਮਾਰਦਾ ਤੇ ਲੁੱਟਦਾ, ਮੈਂ ਚੋਰੀ ਕਰਦਾ, ਮੇਰਾ ਕੰਮ ਕਿਸੇ ਦੇ ਅੱਗੇ ਜ਼ਾਹਰ ਨਾ ਕਰ ਦਿਓ। ਸਤਿਗੁਰੂ ਇਹਦੇ ਉੱਤੇ ਪਰਦਾ ਰੱਖਿਓ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਵਾਜ਼ ਵਿੱਚ, ਉੱਚੀ ਆਵਾਜ਼ ਵਿੱਚ ਕਹਿ ਕੇ ਸੰਬੋਧਨ ਕੀਤਾ, ਜਸਵੰਤ ਰਾਏ ਜੇ ਇੰਨਾ ਹੀ ਡਰ ਲੱਗਦਾ ਹੈ ਤੇ ਚੋਰੀ ਦਾ ਕੰਮ ਛੱਡ ਕਿਉਂ ਨਹੀਂ ਦਿੰਦਾ, ਕਿਰਤ ਕਰਿਆ ਕਰ। ਗੁਰੂ ਸਾਹਿਬ ਜੀ ਦੇ ਆਖੇ ਲੱਗਾ। ਗੁਰੂ ਨੇ ਨਾਮ ਦਾ ਉਪਦੇਸ਼ ਦਿੱਤਾ, ਇਹਦੇ ਅੰਦਰ ਨਾਮ ਟਿਕਾ ਦਿੱਤਾ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਬੋਲ ਵਾਹਿਗੁਰੂ। ਵਾਹਿਗੁਰੂ ਬੋਲਿਆ, ਇਹਦਾ ਅੰਦਰ ਸਾਫ਼ ਹੋ ਗਿਆ ਤੇ ਬਦਲਾਵ ਕੀ ਆਇਆ, ਇਹਨੇ ਚੋਰੀ ਦਾ ਕਿੱਤਾ ਤਿਆਗ ਦਿੱਤਾ, ਲੋਕਾਂ ਨੂੰ ਮਾਰਨਾ ਲੁੱਟਣਾ ਛੱਡ ਦਿੱਤਾ, ਬਲਕਿ ਧਰਮ ਦੀ ਕਿਰਤ ਕਰਕੇ ਆਪਣਾ ਜੀਵਨ ਸਫਲ ਕਰਨ ਲੱਗਾ ਹੈ। ਤਾਂ ਹੀ ਗੁਰੂ ਸਾਹਿਬ ਜੀ ਬਚਨ ਕਰਦੇ ਨੇ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨਾਮ ਦੀ ਦਵਾਈ ਦਿੰਦੇ ਨੇ ਉਹਨਾਂ ਦਾ ਭਾਈ ਅੰਦਰੋਂ ਮਨ ਨਿਰਮਲ ਸਾਫ਼ ਹੋ ਜਾਂਦਾ ਹੈ। ਅੱਗੇ ਗੁਰਮੁਖੋ ਰਹਾਉ ਦੀ ਪੰਕਤੀ ਤੋਂ ਗੁਰੂ ਸਾਹਿਬ ਜੀ ਬਚਨ ਕਰਦੇ ਨੇ, ਅੰਧਕਾਰ ਮਿਟਿਓ ਤੇ ਤਨ ਤੇ, ਗੁਰ ਸ਼ਬਦ ਦੀਪਕ ਪ੍ਰਗਾਸਾ। ਗੁਰੂ ਨੇ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਸ਼ਬਦ ਦੇ ਰਾਹੀਂ ਗਿਆਨ ਦਾ ਦੀਵਾ ਬਾਲ ਦਿੱਤਾ, ਗੁਰੂ ਸਾਹਿਬ ਜੀ ਬਚਨ ਕਰਦੇ ਨੇ, ਅੰਧਕਾਰ ਮਿਟਿਓ ਤੇ ਤਨ ਤੇ। ਉਹਨਾਂ ਦੇ ਭਾਈ ਤਨ ਤੇ ਸਰੀਰ ਤੋਂ ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ। ਭ੍ਰਮ ਕੀ ਜਾਲੀ ਤਾਂ ਕੀ ਕਾਟੀ, ਜਾਂ ਕੋ ਸਾਧ ਸੰਗਤ ਵਿਸ਼ਵਾਸਾ। ਭਾਈ ਜਿਨ੍ਹਾਂ ਦਾ ਸਾਧ ਸੰਗਤ ਵਿੱਚ ਵਿਸ਼ਵਾਸ ਤੇ ਭਰੋਸਾ ਵੱਜ ਜਾਂਦਾ ਹੈ, ਉਹਨਾਂ ਦੀ ਭਟਕਣਾ ਦਾ ਜਾਲ ਗੁਰੂ ਕੱਟ ਦਿੰਦਾ ਹੈ। ਤੇ ਅੱਗੇ ਮੇਰੇ ਪਾਤਸ਼ਾਹ ਜੀ ਬਚਨ ਪਏ ਕਰਦੇ ਨੇ, ਤਾਰੀ ਲੈ ਭਵਜਲ ਤਾਰੂ ਬਿਖੜਾ, ਬੋਹਿਤ ਸਾਧੂ ਸੰਗਾ। ਭਵਜਲ ਤੋਂ ਭਾਵ ਹੈ ਕਿ ਭਵ ਸਾਗਰ, ਤਾਰੂ ਬਿਖੜਾ ਅਥਾ ਡੂੰਗਾ, ਬੋਹਿਤ ਤੋਂ ਭਾਵ ਹੈ ਜਹਾਜ਼। ਤੇ ਗੁਰੂ ਸਾਹਿਬ ਜੀ ਬਚਨ ਕਰਦੇ ਨੇ, ਗੁਰੂ ਕੀ ਸੰਗਤ ਦੇ ਰਾਹੀਂ ਜਿਨ੍ਹਾਂ ਨੇ ਗੁਰੂ ਕੀ ਸੰਗਤ ਰੂਪੀ ਜਹਾਜ਼ ਦਾ ਆਸਰਾ ਲਿਆ ਨਾ, ਉਹ ਭਵਜਲ ਸਾਗਰਾਂ ਤੋਂ ਪਾਰ ਹੋ ਜਾਂਦੇ ਨੇ। ਜਿਹੜਾ ਭਵਜਲ ਸਾਗਰ ਤਰਨਾ ਬਹੁਤ ਹੀ ਔਖਾ ਹੈ, ਗੁਰੂ ਕੀ ਸੰਗਤ ਦੇ ਆਸਰੇ ਉਤਰ ਜਾਂਦੇ ਨੇ। ਪੂਰਨ ਹੋਈ ਮਨ ਕੀ ਆਸਾ, ਗੁਰ ਭੇਟਿਓ ਹਰ ਰੰਗਾ। ਗੁਰਮੁਖੋ ਬੜਾ ਪਿਆਰਾ ਬਚਨ ਹੈ। ਕਹਿਣ ਲੱਗੇ, ਜੋ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹੋਏ ਗੁਰੂ ਦਾ ਮਿਲਾਪ ਜਿਸ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ, ਭਾਈ ਉਹਨਾਂ ਦੇ ਮਨ ਦੀ ਹਰ ਆਸਾ, ਹਰ ਇੱਛਾ ਪੂਰੀ ਹੋ ਜਾਂਦੀ ਹੈ। ਕਿਉਂਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇਂ ਮੇਰੇ ਮਨਾ। ਅੱਗੇ ਗੁਰਮੁਖੋ ਗੁਰੂ ਸਾਹਿਬ ਜੀ ਆਖਰੀ ਪਦੇ ਦੇ ਅੰਦਰ ਬੜਾ ਪਿਆਰਾ ਬਚਨ ਕਰਦੇ ਨੇ, ਨਾਮ ਖਜ਼ਾਨਾ ਭਗਤੀ ਪਾਇਆ, ਮਨ ਤਨ ਤ੍ਰਿਪਤ ਅਘਾਏ। ਇੱਥੇ ਜੋ ਭਗਤੀ ਸ਼ਬਦ ਆਇਆ ਹੈ ਨਾ, ਇਹ ਬਹੁ ਬਚਨ ਹੈ ਤੇ ਭਗਤਾਂ ਵਾਸਤੇ ਹੈ। ਗੁਰੂ ਸਾਹਿਬ ਜੀ ਬਚਨ ਕਰਦੇ ਨੇ, ਕਹਿਣ ਲੱਗੇ, ਜਿਨ੍ਹਾਂ ਭਗਤਾਂ ਨੇ ਗੁਰੂ ਦੀ ਕੇ ਪ੍ਰਮਾਤਮਾ ਦੀ ਕਿਰਪਾ ਕਰਕੇ ਨਾਮ ਰੂਪੀ ਧਨ ਤੇ ਨਾਮ ਰੂਪੀ ਖਜ਼ਾਨਾ ਪਾ ਲਿਆ, ਪ੍ਰਾਪਤ ਕੀਤਾ ਹੈ। ਸੱਚ ਗੱਲ ਇਹ ਹੈ ਕਿ ਮਨ ਤਨ ਤ੍ਰਿਪਤ ਅਗਾਏ, ਉਹ ਮਨ ਤੇ ਉਹਨਾਂ ਦਾ ਤਨ ਸਰੀਰ ਉਹ ਰੱਜ ਗਿਆ ਹੈ। ਗੁਰਮੁਖੋ ਯਾਦ ਰੱਖਣਾ, ਇਹ ਆਮ ਗੱਲ ਹੈ। ਜਿਹੜਾ ਅੰਦਰੋਂ ਰੱਜ ਜਾਏ ਨਾ, ਤੇ ਰੱਜੇ ਹੋਏ ਨੂੰ ਤੁਸੀਂ ਕਹੋ ਕੁਝ ਹੋਰ ਛਕੋਗੇ, ਉਹਦੀ ਅੰਦਰੋਂ ਭਾਵਨਾ ਛਕਣ ਵਾਲੀ ਨਹੀਂ ਹੋਵੇਗੀ, ਕਿਉਂਕਿ ਉਹ ਰੱਜ ਗਿਆ ਹੈ। ਇਸੇ ਤਰ੍ਹਾਂ ਗੁਰਮੁਖੋ ਨਾਮ ਦਾ ਖਜ਼ਾਨਾ ਪਾ ਕੇ ਜਿਹੜੇ ਪ੍ਰਮਾਤਮਾ ਦੇ ਪਿਆਰੇ ਭਗਤ ਹੁੰਦੇ ਨੇ, ਉਹ ਤਨ ਤੇ ਮਨ ਕਰਕੇ ਅੰਦਰੋਂ ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਨੇ। ਤਾਂ ਹੀ ਤੇ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਸਿੱਖ ਵਾਸਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਹੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਹੇ ਪ੍ਰਮਾਤਮਾ ਜੀ ਕਿਰਪਾ ਕਰਿਓ, ਜੇ ਤੁਸੀਂ ਸਿੱਖ ਦੀ ਝੋਲੀ ਵਿੱਚ ਕੁਝ ਪਾਣਾ ਹੀ ਹੈ ਨਾ,
ਤੇ ਨਾਮ ਦਾ ਖਜ਼ਾਨਾ ਨਾਮ ਰੂਪੀ ਧਨ ਪਾਇਓ। ਕਿਉਂ? ਕਿਉਂਕਿ ਨਾਮ ਐਸਾ ਧਨ ਹੈ ਗੁਰਮੁਖੋ ਜਿਹੜਾ ਕਦੀ ਵੀ ਕੋਈ ਚੋਰ ਦੁਆਰਾ ਲੁੱਟਿਆ ਨਹੀਂ ਜਾ ਸਕਦਾ। ਇਸੇ ਕਰਕੇ ਜਿਨ੍ਹਾਂ ਦੇ ਪੱਲੇ ਵਿੱਚ ਪ੍ਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਹੈ, ਉਹ ਤਨ ਤੇ ਮਨ ਰੱਜ ਜਾਂਦੇ ਨੇ, ਉਹ ਤ੍ਰਿਪਤ ਹੋ ਜਾਂਦੇ ਨੇ। ਨਾਨਕ ਹਰ ਜੀਉ ਤਾਂ ਕੋ ਦੇਵੈ, ਜਾ ਕੋ ਹੁਕਮ ਮਨਾਏ। ਗੁਰਮੁਖੋ ਆਖਰੀ ਪੰਕਤੀ ਦੇ ਅੰਦਰ ਮੇਰੇ ਪਾਤਸ਼ਾਹ ਜੀ ਨੇ ਬੜਾ ਪਿਆਰਾ ਬਚਨ ਕੀਤਾ ਹੈ। ਆਪਣੇ ਆਪ ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਜੀ ਬਚਨ ਪਏ ਕਰਦੇ ਨੇ ਕਿ ਹੇ ਨਾਨਕ, ਪਰਮਾਤਮਾ ਕਿਰਪਾ ਕਰਕੇ ਨਾਮ ਦਾ ਖਜ਼ਾਨਾ ਉਹਨਾਂ ਨੂੰ ਦਿੰਦਾ ਹੈ। ਨਾਮ ਦਾ ਖਜ਼ਾਨਾ ਉਹਨਾਂ ਮਨੁੱਖ ਤੇ ਜੀਵਾਂ ਨੂੰ ਗੁਰੂ ਬਖਸ਼ਿਸ਼ ਕਰਦਾ ਹੈ। ਕਿਹਨਾਂ ਨੂੰ? ਜਿਨ੍ਹਾਂ ਨੂੰ ਪਰਮਾਤਮਾ ਆਪ ਕਿਰਪਾ ਕਰਕੇ ਪ੍ਰੇਰਣਾ ਦੇ ਕੇ ਆਪਣੇ ਹੁਕਮ ਵਿੱਚ ਚਲਾਉਂਦਾ ਹੈ। ਯਾਦ ਰੱਖਣਾ ਗੁਰਮੁਖੋ, ਪਰਮਾਤਮਾ ਦੀ ਰਜ਼ਾ ਵਿੱਚ ਚੱਲਣਾ, ਇਹਦੇ ਵਿੱਚ ਵੀ ਗੁਰਮੁਖੋ ਆਪਣਾ ਕੋਈ ਜ਼ੋਰ ਨਹੀਂ। ਜਿਹੜਾ ਗੁਰੂ ਦੇ ਭਾਣੇ ਹੁਕਮ ਤੇ ਆਗਿਆ ਵਿੱਚ ਚਲੇ ਨਾ, ਉਹ ਗੁਰੂ ਕਾ ਗੁਰਮੁਖ ਹੁੰਦਾ ਹੈ। ਉਹ ਸਨਮੁਖ ਹੋ ਕੇ ਜੀਵਨ ਬਤੀਤ ਕਰਦਾ ਹੈ। ਤੇ ਗੁਰਮੁਖੋ ਜਿਹੜਾ ਆਪਣੀ ਮਨ ਦੀ ਮਰਜ਼ੀ ਪਿੱਛੇ ਲੱਗ ਕੇ ਜੀਵਨ ਬਤੀਤ ਕਰੇ, ਉਹ ਮਨਮੁਖ ਹੋਇਆ ਕਰਦਾ ਹੈ। ਪਰ ਗੁਰੂ ਕਾ ਬਚਨ ਹੈ, ਤੇਰਾ ਭਾਣਾ ਤੂੰ ਹੈ ਮਨਾਹੇ ਜਿਸਨੂੰ ਹੋਹੇ ਦਿਆਲਾ। ਜਿਹਦੇ ਉੱਤੇ ਪ੍ਰਮਾਤਮਾ ਦੀ ਦਿਆਲਤਾ ਦਾ ਮੀਂਹ ਤੇ ਵਰਖਾ ਹੁੰਦੀ ਹੈ ਨਾ, ਉਹੀ ਜੀ ਪ੍ਰਮਾਤਮਾ ਦੇ ਹੁਕਮ ਵਿੱਚ ਚੱਲਦਾ ਹੈ। ਗੁਰਮੁਖੋ, ਇਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਬਦ ਹੈ। ਗੌੜੀ ਰਾਗ ਦੇ ਅੰਦਰ ਤੇ 208 ਅੰਗ ਦੇ ਉੱਤੇ ਸੁਸ਼ੋਭਿਤ ਹੈ। ਇਸ ਸ਼ਬਦ ਦੀ ਵਿਚਾਰ ਆਪਣੇ ਜੀਵਨ ਦੇ ਅੰਦਰ ਸਾਂਭ ਕਰਕੇ ਇਸ ਦਰਸਾਏ ਹੋਏ ਮਾਰਗ ਦੇ ਅਨੁਸਾਰ ਚੱਲ ਕੇ ਆਪਣਾ ਜੀਵਨ ਜ਼ਰੂਰ ਸਫਲ ਕਰੀਏ। ਇੱਥੇ ਹੀ ਸਮਾਪਤੀ ਹੈ। ਭੁੱਲ ਚੁੱਕ ਦੀ ਖਿਮਾ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੀਏ